ਗੁਰ ਚਾਕਰ ਲੈ ਲਾਇਆ। ਮਾਰੇ ਪੰਚ ਬਿਖਾਦੀਆ। ਗੁਰ ਕਿਰਪਾ ਤੇ ਦਲ ਸਾਧਿਆ। ਬਖਸ਼ੀਸ਼ ਵਜਹੁ ਮਿਲ ਏਕ ਨਾਮ। ਸੂਖ ਸਹਿਜ ਆਨੰਦ ਵਿਸ਼ਰਾਮ। ਪ੍ਰਭ ਕੇ ਚਾਕਰ ਸੇ ਭਲੇ। ਨਾਨਕ ਤਿਨ ਮੁਖ ਉਜਲੇ। ਪ੍ਰਭ ਕੇ ਚਾਕਰ ਸੇ ਭਲੇ। ਨਾਨਕ ਤਿਨ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦੁਆਰਾ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਬਣਾ ਰਹੇ ਗੁਰੂ ਸਵਾਰਿਓ, ਆਓ ਲੜੀਵਾਰ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਜਿਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਆਪ ਜੁੜ ਕਰਕੇ ਬੈਠੇ ਹੋ, ਸਾਰੇ ਕਿਰਪਾ ਕਰੋ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਪਵਿੱਤਰ ਕਰਨ ਲਈ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਰਾਗ ਦੇ ਅੰਦਰ ਪ੍ਰਤੱਖ ਹਰ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 210 ਅਤੇ 211 ਦੇ ਉੱਪਰ ਸੁਭਾਏਮਾਨ ਹਨ। ਗੌੜੀ ਮਹਿਲਾ ਪੰਜਵਾਂ। ਦੀਵਾਨ ਹਮਾਰੋ ਤੁਹੀਂ ਏਕ, ਸੇਵਾ ਥਾਰੀ ਗੁਰਹਿ ਟੇਕ। ਰਹਾਓ। ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਮੈਨੂੰ ਇਹ ਸਮਝ ਲੱਗੀ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ, ਸਾਰਿਆਂ ਨੂੰ ਨਿਆਂ ਦੇਣ ਵਾਲਾ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਉਹਦਾ ਹੀ ਓਟ ਤੇ ਆਸਰਾ ਸਾਰਿਆਂ ਨੂੰ ਲੈਣਾ ਚਾਹੀਦਾ ਹੈ। ਤੇ ਗੁਰੂ ਦੀ ਸ਼ਰਨ ਪੈ ਕੇ ਮੈਨੂੰ ਸਮਝ ਆਈ ਕਿ ਮਨੁੱਖ ਦੇ ਆਪਣੇ ਯਤਨ ਜਿੰਨੇ ਮਰਜ਼ੀ ਹੋਣ, ਜਿੰਨੀਆਂ ਮਰਜ਼ੀ ਜੁਗਤੀਆਂ ਵਰਤ ਲਵੇ,
ਪਰ ਜਿੰਨੀ ਦੇਰ ਗੁਰੂ ਦੀ ਸ਼ਰਨ ਨਹੀਂ ਪੈਂਦਾ ਓਨੀ ਦੇਰ ਪ੍ਰਭੂ ਚਰਨਾਂ ਨਾਲ ਬਣ ਨਹੀਂ ਆਉਂਦੀ। ਇਸ ਕਰਕੇ ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਕਿਰਪਾ ਕਰ ਰਹੇ ਨੇ, ਦੀਵਾਨ ਹਮਾਰੋ ਤੂੰ ਹੀ ਏਕ। ਦੀਵਾਨ ਦਾ ਅਰਥ ਹੈ ਇਨਸਾਫ ਦੇਣ ਵਾਲਾ। ਦੀਵਾਨ ਦਾ ਅਰਥ ਹਾਕਮ ਵੀ ਕੀਤਾ ਹੈ। ਦੀਵਾਨ ਦਾ ਅਰਥ ਕਚਹਿਰੀ ਲਾ ਕੇ ਇਨਸਾਫ ਕਰਨ ਵਾਲਾ। ਕਹਿੰਦੇ ਹੈ ਪ੍ਰਭੂ ਜੀ ਮੇਰੇ ਦੀਵਾਨ ਤੁਸੀਂ ਹੋ, ਤੁਸੀਂ ਹੀ ਇਨਸਾਫ ਕਰਨਾ ਹੈ। ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹੀਏ ਤੇ ਮਹਾਰਾਜ ਨੇ ਬਚਨ ਉਚਾਰਨ ਕੀਤੇ ਨੇ, ਪੂਰਾ ਨਿਆਉ ਕਰੇ ਕਰਤਾਰ। ਕਹਿੰਦੇ ਅਕਾਲ ਪੁਰਖ ਉਹਦੇ ਘਰ ਸਦਾ ਨਿਆਂ ਹੁੰਦਾ, ਉੱਥੇ ਕਿਸੇ ਨਾਲ ਅਨਿਆਂ ਨਹੀਂ ਹੁੰਦਾ। ਦੁਨੀਆ ਦੀਆਂ ਅਦਾਲਤਾਂ ਦੇ ਅੰਦਰ ਧੋਖਾ ਹੋ ਜਾਂਦਾ ਹੈ। ਕਈ ਵਾਰ ਆਪਾਂ ਵੇਖਦੇ ਵੱਡੇ ਵੱਡੇ ਗੁਨਾਹਗਾਰ ਜਿਹੜੇ ਨੇ ਬਰੀ ਹੋ ਜਾਂਦੇ ਨੇ, ਜਿਨ੍ਹਾਂ ਨੇ ਕੋਈ ਕਸੂਰ ਨਹੀਂ ਕੀਤਾ, ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ, ਉਹ ਸਾਲਾਂ ਬੱਧੀ ਸਜ਼ਾ ਭੁਗਤ ਰਹੇ ਨੇ। ਪਰ ਮਹਾਰਾਜ ਨੇ ਆਖਿਆ ਮਾਨਸਾਂ ਕਿਉਂ ਦੀਵਾਨੋ ਕੋਈ ਨਸ ਭੱਜ ਨਿਕਲੇ। ਕਹਿੰਦੇ ਮਨੁੱਖਾਂ ਦੀ ਬਣਾਈ ਹੋਈ ਕਚਹਿਰੀ ਵਿੱਚੋਂ ਹੋ ਸਕਦਾ ਕੋਈ ਵੱਡੇ ਵੱਡੇ ਵਕੀਲ ਕਰਕੇ ਪੈਸੇ ਦੇ ਜ਼ੋਰ ਤੇ ਝੂਠ ਬੋਲ ਕੇ ਕੋਈ ਬਚ ਸਕੇ, ਪਰ ਜਦੋਂ ਹਰੀ ਪਰਮੇਸ਼ਰ ਦੀ ਦੀਵਾਨ ਦੀ ਉਹਦੀ ਕਚਹਿਰੀ ਲੱਗਦੀ ਹੈ ਨਾ, ਉਹਦੀ ਕਚਹਿਰੀ ਵਿੱਚੋਂ ਕੋਈ ਵੀ ਜਿਹੜਾ ਹੈ ਉਹ ਬਚ ਨਹੀਂ ਸਕਦਾ। ਦੀਵਾਨ ਏਕੋ ਕਲਮ ਏਕੋ ਹਮਾ ਤੁਮਾ ਮੇਲ, ਦਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ। ਕਹਿੰਦੇ ਉਹਦੀ ਕਚਹਿਰੀ ਵਿੱਚੋਂ ਕੋਈ ਬਚ ਨਹੀਂ ਸਕਦਾ, ਕਿਉਂਕਿ ਉਹਨੇ ਜੋ ਨਿਆਂ ਕਰਨਾ ਹੈ ਉਹ ਲਿਖਤ ਵੀ ਆਪ ਹੀ ਸਾਰੀ ਕਰ ਰਿਹਾ ਹੈ, ਸਾਰਾ ਲੇਖਾ ਜੋਖਾ ਵੀ ਆਪ ਕਰ ਰਿਹਾ ਹੈ। ਉਹਨੇ ਆਪਣੇ ਉਸ ਲੇਖੇ ਦੇ ਆਧਾਰਿਤ ਫੈਸਲਾ ਕਰਨਾ ਹੈ। ਜੀਵ ਦੇ ਜਿੰਨੇ ਵੀ ਕਰਮ ਨੇ ਸਾਰੇ ਪਰਮੇਸ਼ਰ ਦੀ ਨਜ਼ਰ ਵਿੱਚ ਹਨ। ਮਤਾਂ ਅਸੀਂ ਸੋਚਦੇ ਰਹੀਏ ਕਿ ਅਸੀਂ ਫਲਾਣਾ ਕੰਮ ਕੀਤਾ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਅਸੀਂ ਫਲਾਣਾ ਗੁਨਾਹ ਕੀਤਾ ਦੁਨੀਆ ਕੋਲੋਂ ਛੁਪਾ ਲਿਆ। ਮਹਾਰਾਜ ਨੇ ਆਖਿਆ ਐਸਾ ਹੋ ਨਹੀਂ ਸਕਦਾ। ਦੁਨੀਆ ਕੋਲੋਂ ਤੂੰ ਲੱਖ ਪਰਦੇ ਕਰ ਲਾ, ਪਰ ਅਕਾਲ ਪੁਰਖ ਪਰਮੇਸ਼ਰ ਉਹਦੀ ਨਜ਼ਰ ਤੋਂ ਕੋਈ ਵੀ ਬਚ ਨਹੀਂ ਸਕਿਆ, ਉਹਦੀ ਕਚਹਿਰੀ ਤੋਂ ਕੋਈ ਵੀ ਬਚ ਨਹੀਂ ਸਕਿਆ। ਇਸ ਕਰਕੇ ਬਾਬਾ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਗੁਨਾਹ ਤੋਂ ਬਚਿਆ ਰਹੀਂ, ਕਿਉਂਕਿ ਜਦੋਂ ਉਹਨੇ ਲੇਖਾ ਜੋਖਾ ਕਰਨਾ ਹੈ ਨਾ ਉਹਦੀ ਕਚਹਿਰੀ ਵਿੱਚ, ਤੇ ਉੱਥੇ ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ। ਉਸ ਸੱਚੇ ਦੀ ਬਾਣ ਮੈਂ ਪੱਲਾ ਨਾ ਪਕੜੇ ਕੋਈ, ਉੱਥੇ ਕਿਸੇ ਨੇ ਤੇਰਾ ਸਹਾਈ ਨਹੀਂ ਹੋਣਾ। ਇੱਥੇ ਦੁਨਿਆਵੀ ਰਿਸ਼ਤੇਦਾਰ ਦੋਸਤ ਮਿੱਤਰ ਤੂੰ ਸੋਚਦਾ ਕਿ ਸ਼ਾਇਦ ਮੈਨੂੰ ਬਚਾ ਲੈਣਗੇ, ਪਰ ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗੋ ਕੌਣ ਹਵਾਲ। ਕਹਿੰਦੇ ਵੇਖ ਫਿਰ ਤੇਰਾ ਕੀ ਹਾਲ ਹੋਏਗਾ ਜਦੋਂ ਤੇਰਾ ਲੇਖਾ ਹੋਇਆ ਦੀਵਾਨ ਕਚਹਿਰੀ ਦੇ ਅੰਦਰ। ਤੇ ਮਹਾਰਾਜ ਇੱਥੇ ਕਹਿੰਦੇ ਹੈ ਵਾਹਿਗੁਰੂ ਤੁਸੀਂ ਹੀ ਦੀਵਾਨ ਹੋ, ਤੁਹਾਡੇ ਤੋਂ ਹੀ ਆਸ ਹੈ, ਤੁਸੀਂ ਹੀ ਨਿਆਂ ਕਰਨਾ, ਇਨਸਾਫ ਦੇਣਾ ਹੈ। ਦੀਵਾਨ ਹਮਾਰੋ ਤੂੰ ਹੀ ਏਕ, ਤੁਸੀਂ ਮੇਰੇ ਦੀਵਾਨ ਹੋ, ਤੁਸੀਂ ਹੀ ਨਿਆਂ ਦੇਣ ਵਾਲੇ ਹੋ। ਸੇਵਾ ਥਾਰੀ ਗੁਰੈ ਟੇਕ, ਕਹਿੰਦੇ ਗੁਰੂ ਨੇ ਮਿਹਰ ਕਰਕੇ ਤੁਹਾਡੀ ਸੇਵਾ ਦੇ ਵਿੱਚ ਜੋੜਿਆ ਹੈ। ਗੁਰੂ ਨੇ ਮਿਹਰ ਕਰਕੇ ਤੁਹਾਡੀ ਟੇਕ ਦਿੱਤੀ ਹੈ। ਟੇਕ ਕਹਿੰਦੇ ਨੇ ਆਸਰੇ ਨੂੰ, ਸਹਾਰੇ ਨੂੰ, ਤੇ ਆਸਰਾ ਬੜਾ ਜ਼ਰੂਰੀ ਹੈ, ਸਹਾਰਾ ਬੜਾ ਜ਼ਰੂਰੀ ਹੈ। ਜੇ ਆਸਰਾ ਕੋਈ ਸਹਾਰਾ ਨਾ ਮਿਲੇ ਤੇ ਮਨੁੱਖ ਜਿਹੜਾ ਢਹਿੰਦੀ ਕਲਾ ਵਿੱਚ ਚਲਿਆ ਜਾਂਦਾ ਹੈ। ਮਨੁੱਖ ਆਪਣੀ ਜ਼ਿੰਦਗੀ ਨੂੰ ਬੋਝ ਸਮਝਣ ਲੱਗ ਪੈਂਦਾ ਹੈ। ਮਨੁੱਖ ਨੂੰ ਆਸਰੇ ਦੀ, ਸਹਾਰੇ ਦੀ ਲੋੜ ਹੈ। ਤੇ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਤੁਹਾਡੇ ਚਰਨਾਂ ਨਾਲ ਜੋੜਿਆ, ਤੁਹਾਡਾ ਸਹਾਰਾ ਦਿੱਤਾ, ਤੁਹਾਡਾ ਆਸਰਾ ਦਿੱਤਾ ਏ।
हे वैगुरु जी, गुरु ने मेहर करके मैनू तुहाडी सेवा दे विच जोड़ दिता है। हुण जदों परमेश्वर दा आसरा मिल गया, ओहदा सहारा मिल गया, मन दे विच एक ओट एको आधार, ये जिहड़ी चीज़ पक्की हो गई, ते उस तो बाद फिर अगे की किरपा वरतदी है, वो आपां शब्द दे अगले बंदां दे अंदर समझण दा यतन करना है। अनक जुगत नहीं पाया, कहंदे मैनू हुण समझ लगी कि ਜਿਹੜੀਆਂ जुगतियां मैं वरत रहा सी, जो ढंग तरीके मैं अपनाए वैगुरु जी, उन्हां जुगतियां दे नाल मैं तुहानू नहीं मिल सकिया। हुण किहड़ियां जुगतियां ने, बाणी पढ़ के वेखो, रब दे मिलाप दे लई इन्नियां क जुगतियां लोकां ने वरतियां, जिहदा जिक्र मेरे साहब ने बाणी दे विच थां थां ते कीता है। हुणे गुरु सवारियां पासों आसा दी वार दा कीर्तन आप जी सरवण कर रहे सी, ਉਹਦੇ अंदर पहले पातशाह ने उन्हां जुगतियां दा जिक्र कीता, ਜਿਹੜੀਆਂ जुगतियां लोकां ने वरतियां रब दे मिलाप दे लई। कईयां ने आख्या बहुत ज़्यादा पढ़िए, बहुत ज़्यादा लिखिए ते तां परमेश्वर दी प्राप्ति होवेगी। लोकां ने धार्मिक ग्रंथां दे पाठ पठन जिहड़े शुरू कर दिते, लिखना शुरू कर दिता रब दे बारे। महाराज कहंदे लिख लिख पढ़िया तेता कढ़िया, बहु तीर्थ भविया ते तो लविया, बहु भेख किया देही दुख दिया, सहवे जिया अपना किया, अन्न न खाया साध गवाया, बहु दुख पाया दूजा पाया, बस्तर न पहरे अहनस कहरे, मोन विगूता। कहते सारे यतन लोग कर रहे ने, क्यों गुरबिन जागे सूता। कहते सुते हुए सारे लोग इन्हां कर्मां कांडां दे विच गुरु ही जगाउंदा है। साध संगत हुण लोग के सारियां जुगतियां वरत रहे ने। कोई बंदा घर छड्ड के जंगलों में बैठा है, पुछया की करदा है, आख्या जी मैं रब की प्राप्ति वास्ते आया हाँ। कोई पुठा लटक के समाधि लाई हुई है, कोई चुप करके बैठा बोलदा नहीं, ते कहंदे इस तरह करन दे नाल मैनू रब मिलेगा, मैं मूँह तो कुछ भी नहीं बोलना, मौन धारण कर लेना। कई मौनी होके बैठे ने। हजूर ने वेख्या कईयां लोकां ने तन ते कपड़े नहीं पाए, नंगे घूमी जाते ने। पुछया ऐसा क्यों करते हो, आख्या जी ऐसा करन दे नाल सानू रब मिलेगा, रब की प्राप्ति वास्ते असीं सारे यतन करते पे हाँ। कई साध संगत पैरों तो नंगे घूम रहे ने, पैरों में कोई जोड़ा आदक नहीं पाया होया, वो भी कह रहे असीं रब की प्राप्ति वास्ते यतन कर रहे हाँ। इस तरह के नाल सैकड़े तरह के यतन लोग कर रहे हैं। पर महाराज ने आख्या ये जिन्ने भी यतन ने शरीर नूं कष्ट देण वाले, इन्हां दे नाल कदे भी रब तुहाडे ते प्रसन्न नहीं होएगा, खुश नहीं होएगा। बड़े फिरके दुनिया दे विच अज भी तुसीं वेखोगे नंगे घुमदे ने, नंगे। बड़े लोग बर्तनां दा त्याग करके हत्थां ते भोजन प्रशादा छकदे ने, पर इन्हां कर्मां दे नाल हजूर ने आख्या रब नूं खुश नहीं कीता जा सकदा। हाँ दुनिया दे विच तुहाडी बल्ले बल्ले हो जाएगी कि फलाना बंदा भोजन दा त्यागी है, भोजन नहीं छकदा, कंद मूल दा आहार करदा है। कोई ये आखेगा फलाना बंदा मौनी है, बोलदा नहीं। पर महाराज ने आख्या ऐसे लोग अपने तन नूं शरीर नूं कष्ट दे रहे ने, पर रब दी दरगाह दे विच प्रवान नहीं होने, क्योंकि इहो जे कर्मां दे नाल परमेश्वर कदे भी खुश नहीं हुंदा। जे रब दी खुशी चाहुंदे हाँ ते उहदे भै विच भाणे विच ਚੱਲੀਏ।
ਜਪ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਹੀ ਮਹਾਰਾਜ ਨੇ ਇਹਦਾ ਜ਼ਿਕਰ ਕੀਤਾ। ਕਈਆਂ ਨੇ ਆਖਿਆ ਸੁਚਮ ਰੱਖੀਏ, ਤੀਰਥਾਂ ਤੇ ਜਾ ਕੇ ਨਹਾਈਏ ਤਾਂ ਰੱਬ ਮਿਲਦਾ ਏ। ਕਈਆਂ ਨੇ ਇੱਥੋਂ ਤੱਕ ਵੀ ਆਪਣਾ ਆਪ ਆਰੇ ਨਾਲ ਚਰਵਾ ਲਿਆ, ਆਖਿਆ ਸ਼ਾਇਦ ਰੱਬ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਨੇ ਆਖਿਆ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਬਸ ਤੂੰ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਤੁਰਿਆ ਰਹਿ ਤਾਂ ਹੀ ਮਿਲਾਪ ਹੋਏਗਾ। ਜੇ ਉਹਦਾ ਤੂੰ ਹੁਕਮ ਨਹੀਂ ਮੰਨਦਾ, ਉਹਦੀ ਰਜ਼ਾ ਦੇ ਵਿੱਚ ਭਾਣੇ ਵਿੱਚ ਨਹੀਂ ਚੱਲ ਰਿਹਾ, ਤੇ ਜਿੰਨੇ ਤੂੰ ਮਰਜ਼ੀ ਯਤਨ ਕਰ ਲੈ ਕਾਮਯਾਬੀ ਕੋਈ ਨਹੀਂ ਹੋਣੀ। ਇੱਥੇ ਵੀ ਮਹਾਰਾਜ ਨੇ ਆਖਿਆ ਅਨਕ ਜੁਗਤ ਨਹੀਂ ਪਾਇਆ। ਕਹਿੰਦੇ ਜੁਗਤੀਆਂ ਬੜੀਆਂ ਵਰਤੀਆਂ ਪਰ ਪ੍ਰਾਪਤੀ ਨਹੀਂ ਹੋਈ ਮਹਾਰਾਜ ਤੁਹਾਡੀ। ਗੁਰ ਚਾਕਰ ਲੈ ਲਾਇਆ। ਕਹਿੰਦੇ ਹੁਣ ਗੁਰੂ ਨੇ ਮਿਹਰ ਕੀਤੀ ਮੇਰੇ ਤੇ, ਗੁਰੂ ਨੇ ਆਪਣਾ ਚਾਕਰ ਬਣਾ ਕੇ ਮੈਨੂੰ ਪ੍ਰਭੂ ਦੀ ਸੇਵਾ ਦੇ ਵਿੱਚ ਜੋੜਿਆ। ਗੁਰੂ ਨੇ ਆਪਣਾ ਚਾਕਰ ਬਣਾ ਲਿਆ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਤੇ ਸਾਧ ਸੰਗਤ ਜਿਹੜੀ ਚਾਕਰੀ ਹੈ, ਜਿਹੜੀ ਸੇਵਾ ਹੈ, ਬੜੀ ਵੱਡੀ ਗੱਲ ਹੈ। ਅੱਜ ਕੋਈ ਵੀ ਚਾਕਰ ਬਣਨ ਵਾਸਤੇ ਤਿਆਰ ਨਹੀਂ, ਅੱਜ ਕੋਈ ਵੀ ਸੇਵਾਦਾਰ ਬਣਨ ਵਾਸਤੇ ਤਿਆਰ ਨਹੀਂ। ਅੱਜ ਅਸੀਂ ਸੇਵਾਦਾਰ ਨੂੰ ਸਮਝਦੇ ਕਿ ਬਹੁਤ ਤੇ ਕੋਈ ਆਮ ਜਿਹਾ ਬੰਦਾ ਹੈ, ਪਰ ਸੇਵਾ ਕਰਨੀ, ਚਾਕਰੀ ਕਰਨੀ, ਗੁਰੂ ਦੇ ਦਰ ਤੇ ਚਾਕਰੀ ਕਰਨੀ, ਪਰਮੇਸ਼ਰ ਦੀ ਸੇਵਾ ਚਾਕਰੀ ਕਰਨੀ, ਇਹ ਬਹੁਤ ਵੱਡੀ ਦਾਤ ਗੁਰੂ ਤਰੁੱਠ ਕੇ ਦਿੰਦਾ। ਇਹ ਦਾਤ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ, ਪਰ ਮੈਂ ਬੇਨਤੀ ਕਰਾਂ, ਅਸੀਂ ਅੱਜ ਸੇਵਾਦਾਰ ਨਹੀਂ ਬਣਨਾ ਚਾਹੁੰਦੇ, ਅੱਜ ਅਸੀਂ ਮਾਲਕ ਬਣਨਾ ਚਾਹੁੰਦੇ ਹਾਂ, ਅੱਜ ਅਸੀਂ ਆਗੂ ਬਣਨਾ ਚਾਹੁੰਦੇ ਹਾਂ, ਅੱਜ ਅਸੀਂ ਪ੍ਰਧਾਨ ਬਣਨਾ ਚਾਹੁੰਦੇ ਹਾਂ, ਅੱਜ ਅਸੀਂ ਜਥੇਦਾਰ ਬਣਨਾ ਚਾਹੁੰਦੇ ਹਾਂ, ਪਰ ਸੇਵਾਦਾਰ ਨਹੀਂ ਬਣਨਾ ਚਾਹੁੰਦੇ। ਪਰ ਬਖਸ਼ਿਸ਼ ਜਿਹੜੀ ਹੈ ਉਹ ਸੇਵਾਦਾਰ ਤੇ ਹੋਣੀ ਹੈ, ਬਖਸ਼ਿਸ਼ ਜਿਹੜੀ ਹੈ ਚਾਕਰ ਤੇ ਹੋਣੀ ਹੈ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਆਖਿਆ, ਕਹਿੰਦੇ ਚਾਕਰ ਉਹੀ ਪ੍ਰਵਾਨ ਹੈ ਜਿਹੜਾ ਗੁਰੂ ਦੇ ਦਰ ਤੇ ਸੇਵਾ ਕਰਦਿਆਂ ਆਪਾ ਭਾਵ ਮਿਟਾ ਦੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਮਾਣ। ਕਹਿੰਦੇ ਮਾਣ ਉਸ ਸੇਵਕ ਨੂੰ ਮਿਲੇਗਾ, ਮਾਣ ਉਸ ਚਾਕਰ ਨੂੰ ਮਿਲੇਗਾ ਜਿਹੜਾ ਸੇਵਾ ਕਰਦਿਆਂ ਆਪਾ ਭਾਵ ਮਿਟਾ ਦੇ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ। ਕਹਿੰਦੇ ਚਾਕਰ ਉਹ ਪ੍ਰਵਾਨ ਜਿਹੜਾ ਖਸਮ ਦੇ ਭੈ ਵਿੱਚ ਰਹਿ ਕੇ ਚੱਲੇਗਾ। ਹੁਰਮਤ ਇਸ ਨੂੰ ਅਗਲੀ ਵਜੋਂ ਪੇ ਦੂਣਾ ਖਾਏ। ਕਹਿੰਦੇ ਜਿੱਥੇ ਮਾਲਕ ਖੁਸ਼ ਹੋ ਕੇ ਉਹਨੂੰ ਤਨਖਾਹ ਦੇਗਾ, ਉੱਥੇ ਹੋਰ ਉਹਨੂੰ ਅਲਾਉਂਸ, ਹੋਰ ਭੱਤੇ, ਹੋਰ ਵਜ਼ੀਫੇ ਵੀ ਦਿੰਦਾ ਮਾਲਕ ਪ੍ਰਸੰਨ ਹੋ ਕੇ। ਪਰ ਸਾਡੀ ਹਾਲਤ ਇਹੋ ਜਿਹੀ ਹੈ, ਅਸੀਂ ਵੀ ਆਪਣੇ ਆਪ ਨੂੰ ਕਈ ਵਾਰੀ ਚਾਕਰ ਕਹਿੰਦੇ ਆ, ਸੇਵਾਦਾਰ ਕਹਿੰਦੇ ਆ, ਪਰ ਸਾਡੀ ਹਾਲਤ ਉਸ ਚਾਕਰ ਵਰਗੀ ਹੈ ਜਿਹੜਾ ਤਨਖਾਹ ਤੇ ਮਾਲਕ ਦੀ ਲੈਂਦਾ ਪਰ ਕੰਮ ਕਿਸੇ ਹੋਰ ਦਾ ਕਰਦਾ ਜਾ ਕੇ। ਹੁਣ ਤੁਸੀਂ ਨੌਕਰ ਆਪਣੇ ਘਰ ਰੱਖਿਆ ਹੋਵੇ, ਉਹ ਮਹੀਨੇ ਦੀ ਤਨਖਾਹ ਤੁਹਾਡੇ ਕੋਲੋਂ ਲਵੇ ਤੇ ਕੰਮ ਜਾ ਕੇ ਗਵਾਂਢੀਆਂ ਦਾ ਕਰੇ। ਤੁਸੀਂ 2-4 ਦਿਨ ਵੇਖੋਗੇ, ਤੁਸੀਂ ਆਖੋਗੇ ਭਾਈ ਇਹੋ ਜਿਹੇ ਨੌਕਰ ਦੀ ਸਾਨੂੰ ਲੋੜ ਨਹੀਂ, ਤਨਖਾਹ ਤੈਨੂੰ ਅਸੀਂ ਦਈਏ, ਪ੍ਰਸ਼ਾਦਾ ਪਾਣੀ ਤੂੰ ਸਾਡੇ ਕੋਲੋਂ ਛਕੇ, ਕੱਪੜਾ ਲੀੜਾ ਤੈਨੂੰ ਅਸੀਂ ਦਈਏ, ਤੇ ਕੰਮ ਤੂੰ ਜਾ ਕੇ ਗਵਾਂਢੀਆਂ ਦਾ ਕਰਦਾ ਏ। ਇਹੋ ਜਿਹਾ ਚਾਕਰ ਸਾਨੂੰ ਨਹੀਂ ਚਾਹੀਦੇ। ਮਹਾਰਾਜ ਦੇ ਬਚਨ ਨੇ, ਵਜੋ ਸਾਹਿਬ ਕਾ ਸੇਵ ਬਰਾਨੀ, ਐਸੇ ਗੁਨਾਹ ਅਸ਼ਾਦੇ ਉਪਰਾਨੀ। ਅਸੀਂ ਚਾਕਰ ਇਹੋ ਜਿਹੇ ਹਾਂ, ਖਾਂਦੇ ਹਾਂ ਗੁਰੂ ਦਾ ਤੇ ਖੁਸ਼ਾਮਦਾਂ ਹੋਰ ਮਨੁੱਖਾਂ ਦੀਆਂ ਕਰੀ ਜਾਂਦੇ ਆ। ਖਾਂਦੇ ਗੁਰੂ ਦਾ, ਵਡਿਆਈ ਮਨੁੱਖਾਂ ਦੀ ਕਰ ਰਹੇ ਆ, ਪਤਾ ਨਹੀਂ ਕਿਹਦੀ ਜੀ ਹਜ਼ੂਰੀ ਕਰ ਰਹੇ ਆ। ਤੇ ਮੈਂ ਬੇਨਤੀ ਕਰਾਂ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ। ਜਿਹਦੇ ਦਰ ਦਾ ਖਾ ਰਹੇ ਆ, ਵਡਿਆਈ ਵੀ ਉਹਦੀ ਕਰੀਏ, ਜਸ ਵੀ ਉਹਦਾ ਕਰੀਏ, ਤਾਂ ਸੰਸਾਰ ਦੇ ਵਿੱਚ ਮਾਣ ਮਿਲੇਗਾ। ਤੇ ਜੇ ਖਾਂਦੇ ਗੁਰੂ ਦਾ ਤੇ ਸ਼ੋਭਾ ਕਿਸੇ ਦੀ, ਵਡਿਆਈ ਕਿਸੇ ਦੀ, ਬੱਲੇ ਬੱਲੇ ਕਿਸੇ ਦੀ ਕਰੀ ਜਾਂਦੇ ਆ,
ਤੇ ਯਾਦ ਰੱਖਿਓ, ਐਸਾ ਬੰਦਾ, ਐਸਾ ਸੇਵਾਦਾਰ, ਐਸਾ ਚਾਕਰ ਕਦੇ ਵੀ ਪ੍ਰਵਾਨ ਨਹੀਂ ਗੁਰੂ ਨੂੰ। ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਕਹਿੰਦੇ ਉਹ ਇਹੋ ਜਿਹਾ ਫਿਰ ਸੇਵਕ ਮਾਲਕ ਨੂੰ ਨਹੀਂ ਪਾਉਂਦਾ। ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਭਾਏ, ਹੁਰਮਤ ਤਿਸ ਨੂੰ ਅਗਲੀਓ ਵਜੋਂ ਪਿਦੂਣਾ ਖਾਏ। ਕਹਿੰਦੇ ਜੇ ਤੇ ਖਸਮ ਦੇ ਭੈ ਵਿੱਚ ਰਹਿ ਕੇ ਚੱਲਦਾ ਏ, ਉਹ ਚਾਕਰ ਪ੍ਰਵਾਨ ਹੋ ਜਾਂਦਾ ਮਾਲਕ ਦੇ ਦਰ ਤੇ। ਕਹਿੰਦੇ ਗੁਰੂ ਨੇ ਮਿਹਰ ਕੀਤੀ ਮੇਰੇ ਤੇ, ਮੈਨੂੰ ਚਾਕਰ ਬਣਾ ਕੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਜੋੜ ਦਿੱਤਾ। ਤੇ ਹੁਣ ਜਦੋਂ ਕੋਈ ਪਰਮੇਸ਼ਰ ਦਾ ਚਾਕਰ ਬਣ ਗਿਆ ਤੇ ਉਹਦੇ ਤੇ ਫਿਰ ਕਿਰਪਾ ਵਰਤਦੀ ਹੈ। ਮਾਰੇ ਪੰਚ ਬਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ। ਕਹਿੰਦੇ ਹੁਣ ਮੈਂ ਗੁਰੂ ਦਾ ਓਟ ਆਸਰਾ ਲੈ ਕੇ ਪਰਮੇਸ਼ਰ ਦੀ ਸੇਵਾ ਤੇ ਭਗਤੀ ਵਿੱਚ ਜੁੜਿਆ ਹਾਂ। ਹੁਣ ਮੈਂ ਆਪਣੇ ਅੰਦਰੋਂ ਮਾਰੇ ਪੰਚ ਬਿਖਾਦੀਆ, ਬਿਖਾਦੀ ਕਹਿੰਦੇ ਨੇ ਝਗੜਾਲੂ ਬਿਰਤੀ ਵਾਲੇ, ਰੌਲਾ ਰੱਪਾ ਪਾਉਣ ਵਾਲੇ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ, ਗੁਰ ਕਿਰਪਾ ਤੇ ਦਲ ਸਾਧਿਆ। ਕਹਿੰਦੇ ਮੈਂ ਝਗੜਾ ਕਲੇਸ਼ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਅੰਦਰੋਂ ਮਾਰ ਦਿੱਤਾ, ਇਹਨਾਂ ਨੂੰ ਸਾਧ ਲਿਆ, ਇਹਨਾਂ ਨੂੰ ਜਿੱਤ ਲਿਆ ਹੈ। ਤੇ ਬੜਾ ਪਿਆਰਾ ਜ਼ਿਕਰ ਹਜੂਰ ਦਾ ਮਿਲਦਾ ਹੈ। ਇਹ ਪੰਜਾਂ ਦਾ ਦਲ ਜਿਹੜਾ ਹੈ, ਹਜੂਰ ਨੇ ਆਖਿਆ ਮੈਂ ਇਹਨਾਂ ਨਾਲ ਯੁੱਧ ਕੀਤਾ। ਮਾਝ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਨੇ ਪੰਜ ਵਿਕਾਰਾਂ ਦੇ ਨਾਲ ਯੁੱਧ ਕਰਨ ਦਾ, ਘੋਲ ਕਰਨ ਦਾ ਜ਼ਿਕਰ ਬੜਾ ਪਿਆਰਾ ਕੀਤਾ। ਹਉ ਗੁਸਾਈ ਦਾ ਪਹਿਲਵਾਨੜਾ, ਆਖਿਆ ਇਹ ਪੰਜ ਜਣੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਮੈਂ ਇਕੱਲਾ। ਪਰ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ, ਮੈਨੂੰ ਬਖਸ਼ਿਸ਼ ਦੇ ਕੇ ਤੋਰਿਆ। ਆਖਿਆ ਤਕੜਾ ਹੋ ਕੇ ਇਹਨਾਂ ਦਾ ਮੁਕਾਬਲਾ ਕਰੀ, ਘਬਰਾਉਣ ਦੀ ਲੋੜ ਨਹੀਂ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਕਿਉਂਕਿ ਗੁਰੂ ਦੀ ਬਖਸ਼ਿਸ਼ ਮੇਰੇ ਨਾਲ ਹੈ, ਇਸ ਕਰਕੇ ਮੈਂ ਸਿਰ ਤੇ ਦਮਾਲਾ ਬੰਨ੍ਹ ਕੇ ਬੜਾ ਉੱਚੇ ਕੱਦ ਵਾਲਾ ਗੁਰੂ ਦੀ ਬਖਸ਼ਿਸ਼ ਲੈ ਕੇ ਮੈਂ ਮੈਦਾਨ ਦੇ ਵਿੱਚ ਆਇਆ। ਤੇ ਜਿਹੜੇ ਨਾਮੀ ਪਹਿਲਵਾਨ ਹੁੰਦੇ ਨੇ ਵੱਡੇ, ਉਹ ਝੰਡੀ ਗੱਡ ਦਿੰਦੇ, ਉਹਨੂੰ ਝੰਡੀ ਦੀ ਕੁਸ਼ਤੀ ਵੀ ਕਹਿੰਦੇ ਨੇ, ਵੀ ਆ ਕੇ ਸਾਡੇ ਨਾਲ ਮੁਕਾਬਲਾ ਕਰੋ, ਜੇ ਤੁਸੀਂ ਜਿੱਤ ਗਏ ਤੇ ਸਾਰੀ ਰਕਮ ਤੁਹਾਡੀ। ਉਹਨੂੰ ਕਹਿੰਦੇ ਝੰਡੀ ਦੀ ਕੁਸ਼ਤੀ। ਕਹਿੰਦੇ ਮੈਂ ਸਿਰ ਤੇ ਦਮਾਲਾ ਸਜਾਇਆ, ਭਾਵ ਗੁਰੂ ਦੀ ਬਖਸ਼ਿਸ਼ ਮੇਰੇ ਨਾਲ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਮੈਂ ਨੇਤੇ ਜਵਾਨ ਜੀ ਗੁਰ ਥਾਪੀ ਦਿੱਤੀ ਕੰਡ ਜੀਓ। ਕਹਿੰਦੇ ਢੋਲ ਢਮੱਕੇ ਵੱਜ ਰਹੇ, ਜਿਸ ਤਰ੍ਹਾਂ ਅਖਾੜਾ ਭਖਿਆ ਹੋਵੇ। ਪਹਿਲਵਾਨ ਜਿਹੜੇ ਨੇ ਅਖਾੜੇ ਦੇ ਚੱਕਰ ਲਾਉਂਦੇ ਨੇ, ਨਾਲ ਨਾਲ ਉਹਨਾਂ ਦੇ ਢੋਲ ਵਜਾਉਣ ਵਾਲੇ ਚੱਲਦੇ, ਲੋਕਾਂ ਵਿੱਚ ਜੋਸ਼ ਭਰਨ ਦੇ ਲਈ। ਕਹਿੰਦੇ ਇਸੇ ਪ੍ਰਕਾਰ ਇਹ ਸਰੀਰ ਰੂਪੀ ਕਿਲੇ ਦੇ ਅੰਦਰ ਅਖਾੜਾ ਲੱਗਿਆ ਹੋਇਆ। ਕਹਿੰਦੇ ਗੁਰੂ ਦੀ ਮਿਹਰ ਦੇ ਸਦਕਾ ਗੁਰੂ ਨੇ ਮੇਰੇ ਕੰਡ ਤੇ ਥਾਪੀ ਦੇ ਕੇ ਤੋਰੀ, ਤੇ ਮੈਂ ਇਹਨਾਂ ਪੰਜਾਂ ਦੀ ਕੰਡ ਲਾ ਦਿੱਤੀ। ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਦੀ ਥਾਪੀ ਦੇ ਨਾਲ, ਗੁਰੂ ਦੇ ਬਖਸ਼ਿਸ਼ ਵਾਲੇ ਥਾਪੜੇ ਦੇ ਨਾਲ ਇਹਨਾਂ ਪੰਜਾਂ ਦੀ ਮੈਂ ਕੰਡ ਲਾਈ ਹੈ। ਤੇ ਸਾਧ ਸੰਗਤ ਗੁਰੂ ਦੀ ਕਿਰਪਾ ਤੋਂ ਬਿਨਾਂ ਇਹਨਾਂ ਪੰਜਾਂ ਨੂੰ ਹਰਾਉਣਾ ਬੜਾ ਔਖਾ ਜੇ, ਇਹ ਮਨੁੱਖ ਤੇ ਹਾਵੀ ਹੋ ਜਾਂਦੇ ਨੇ। ਇਸ ਕਰਕੇ ਜਦੋਂ ਹਾਵੀ ਹੁੰਦੇ ਨੇ, ਉਦੋਂ ਵੀ ਗੁਰੂ ਅੱਗੇ ਤਰਲਾ ਲਈਏ, ਇਹ ਅਰਦਾਸ ਕਰੀਏ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਣਾ। ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਰਾਮ ਨਾਮਾ ਸਿਮਰ ਮਣਾ, ਆਗੇ ਜਮ ਦਲ ਬਿਖਮ ਘਣਾ। ਕਹਿੰਦੇ ਜਦੋਂ ਵਿਕਾਰ ਹਾਵੀ ਹੋਣ
ਤੇ ਉਦੋਂ ਗੁਰੂ ਅੱਗੇ ਤਰਲਾ ਲਈਏ ਤੇ ਗੁਰੂ ਜਿਸ ਦੇ ਕੰਡ ਤੇ ਥਾਪੀ ਦਿੰਦਾ ਉਹ ਇਹਨਾਂ ਵਿਕਾਰਾਂ ਦੀ ਕੰਡ ਲਾ ਕੇ ਰੱਖ ਦਿੰਦਾ। ਇੱਥੇ ਵੀ ਹਜ਼ੂਰ ਨੇ ਆਖਿਆ ਮਾਰੇ ਪੰਚ ਵਿਖਾਦੀਆ, ਇਹਨਾਂ ਪੰਜਾਂ ਦੀ ਮੈਂ ਕੰਡ ਲਾ ਦਿੱਤੀ, ਇਹਨਾਂ ਝਗੜਾਲੂਆਂ ਨੂੰ ਮੈਂ ਖਤਮ ਕਰ ਦਿੱਤਾ। ਗੁਰ ਕਿਰਪਾ ਤੇ ਦਲ ਸਾਧਿਆ, ਗੁਰੂ ਦੀ ਮਿਹਰ ਦੇ ਸਦਕਾ ਇਹਨਾਂ ਪੰਜਾਂ ਨੂੰ ਮੈਂ ਜਿੱਤ ਲਿਆ ਹੈ, ਵਸ ਵਿੱਚ ਕਰ ਲਿਆ ਹੈ। ਹੁਣ ਮੈਨੂੰ ਕਾਮ ਸਤਾਉਂਦਾ ਨਹੀਂ, ਹੁਣ ਕ੍ਰੋਧ ਆਵੇ ਤੇ ਮੈਂ ਉਛਲ ਉਛਲ ਕੇ ਨਹੀਂ ਪੈਂਦਾ, ਹੁਣ ਲੋਭ ਦੇ ਵਸ ਹੋ ਕੇ ਮੈਂ ਪਰਾਇਆ ਘਰ ਚੋਰੀ ਕਰਨ ਵਾਸਤੇ ਨਹੀਂ ਜਾਂਦਾ, ਹੁਣ ਮੋਹ ਵਿੱਚ ਫਸ ਕੇ ਮੈਂ ਕਿਸੇ ਨਾਲ ਧੋਖਾ ਨਹੀਂ ਕਰਦਾ, ਹੰਕਾਰ ਦੇ ਵਿੱਚ ਆ ਕੇ ਮੈਂ ਬੜੇ ਉੱਚੇ ਬੋਲ ਨਹੀਂ ਹੁਣ ਬੋਲਦਾ। ਮੇਰੇ ਤੇ ਕਿਰਪਾ ਗੁਰੂ ਦੀ ਵਰਤੀ ਹੈ। ਬਖਸ਼ੀਸ਼ ਵਜੋ ਮਿਲ ਏਕ ਨਾਮ, ਹੁਣ ਜਿਹੜਾ ਚਾਕਰ ਹੋਵੇ, ਚਾਕਰੀ ਕਰਨ ਵਾਲਾ, ਉਹ ਇਸ ਆਸ ਦੇ ਨਾਲ ਚਾਕਰੀ ਕਰਦਾ ਹੈ ਕਿ ਮੈਂ ਚਾਕਰੀ ਕਰਦਾ, ਨੌਕਰੀ ਕਰਦਾ, ਮੈਨੂੰ ਮਹੀਨੇ ਬਾਅਦ ਕੋਈ ਨਾ ਕੋਈ ਤਨਖਾਹ ਮਿਲੇਗੀ, ਕੁਝ ਸਮੇਂ ਬਾਅਦ ਮੈਨੂੰ ਕੋਈ ਨਾ ਕੋਈ ਮਿਹਨਤਾਨਾ ਮਿਲੇਗਾ। ਕਹਿੰਦੇ ਗੁਰੂ ਨੇ ਮਿਹਰ ਕਰਕੇ ਮੈਨੂੰ ਪ੍ਰਭੂ ਦਾ ਸੇਵਕ ਬਣਾਇਆ, ਚਾਕਰ ਬਣਾਇਆ ਸੀ, ਤੇ ਪਰਮੇਸ਼ਰ ਦੇ ਦਰ ਤੋਂ ਮੈਨੂੰ ਬਹੁਤ ਆਸ ਸੀ ਕਿ ਮੈਨੂੰ ਕੁਝ ਨਾ ਕੁਝ ਦਾਤ ਜ਼ਰੂਰ ਮਿਲੇਗੀ। ਕਹਿੰਦੇ ਕਿਹੜੀ ਦਾਤ ਮਿਲੀ? ਫਿਰ ਜਿਹੜੀ ਦਾਤ ਮਿਲੀ ਨਾ, ਬਹੁਤ ਵੱਡੀ ਦਾਤ ਹੈ ਸਾਧ ਸੰਗਤ। ਬਖਸ਼ੀਸ਼ ਵਜੋ ਮਿਲ ਏਕ ਨਾਮ, ਵਜੋ ਕਹਿੰਦੇ ਤਨਖਾਹ ਨੂੰ, ਵਜ਼ੀਫੇ ਨੂੰ, ਰੋਜ਼ੀਨੇ ਨੂੰ। ਕਹਿੰਦੇ ਬਖਸ਼ਿਸ਼ ਦੇ ਰੂਪ ਦੇ ਵਿੱਚ ਮੈਨੂੰ ਇਹ ਤਨਖਾਹ ਮਿਲੀ ਹੈ। ਮਿਲਿਆ ਕੀ ਹੈ? ਬਖਸ਼ੀਸ਼ ਵਜੋ ਮਿਲ ਏਕ ਨਾਮ। ਕਹਿੰਦੇ ਮੈਨੂੰ ਨਾਮ ਦੀ ਦਾਤ ਪਰਮੇਸ਼ਰ ਦੇ ਦਰ ਤੋਂ ਮਿਲੀ ਹੈ। ਤੇ ਸਾਧ ਸੰਗਤ ਦੀ ਦਾਤ ਬਹੁਤ ਵੱਡੀ ਹੈ। ਦਾਨਾ ਸਿਰ ਦਾਨ, ਨਾਮ ਦਾਨ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਕਹਿੰਦੇ ਜਿਹਨੂੰ ਇਹ ਨਾਮ ਦੀ ਦਾਤ ਮਿਲ ਗਈ, ਸਮਝ ਲਓ ਪਾਤਸ਼ਾਹ ਦਾ ਪਾਤਸ਼ਾਹ ਬਣ ਗਿਆ। ਏਡੀ ਵੱਡੀ ਦਾਤ ਬਖਸ਼ਿਸ਼ ਦੇ ਰੂਪ ਦੇ ਵਿੱਚ ਪਰਮੇਸ਼ਰ ਦੇ ਦਰ ਤੋਂ ਮਿਲ ਗਈ। ਸੂਖ ਸਹਿਜ ਆਨੰਦ ਬਿਸ਼ਰਾਮ। ਤੇ ਜਦੋਂ ਇਹ ਦਾਤ ਮੈਨੂੰ ਮਿਲੀ, ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਭਟਕਣਾ ਨਹੀਂ ਰਹੀ, ਕੋਈ ਵਿਕਾਰ ਆ ਕੇ ਮੈਨੂੰ ਤੰਗ ਨਹੀਂ ਕਰਦਾ। ਹੁਣ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਗਿਆ, ਸਹਿਜ ਆ ਗਿਆ, ਆਨੰਦ ਆ ਗਿਆ। ਵਿਸ਼ਰਾਮ ਦਾ ਅਰਥ ਟਿਕਾ ਆਉਣਾ, ਟਿਕਾ ਆ ਜਾਣਾ ਜ਼ਿੰਦਗੀ ਵਿੱਚ, ਭਟਕਣਾ ਮੁੱਕ ਜਾਣੀ। ਹੁਣ ਟਿਕਾ ਸਾਧ ਸੰਗਤ ਦੋ ਤਰ੍ਹਾਂ ਦਾ ਹੈ। ਇੱਕ ਮਨੁੱਖ ਸਰੀਰ ਕਰਕੇ ਭੱਜ ਦੌੜ ਕਰਦਾ ਹੈ, ਇੱਕ ਮਨੁੱਖ ਮਨ ਕਰਕੇ ਭੱਜ ਦੌੜ ਕਰਦਾ ਹੈ। ਸਰੀਰ ਕਰਕੇ ਤੁਸੀਂ ਭਾਵੇਂ ਇੱਥੇ ਬੈਠੇ ਹੋਏ ਹੋ ਸਕਦਾ ਤੁਹਾਡਾ ਮਨ ਭਟਕੀ ਜਾਂਦਾ ਹੋਵੇ, ਮਨ ਕਰਕੇ ਤੁਸੀਂ ਘਰੇ ਪਹੁੰਚੇ ਹੋਵੋ, ਮਨ ਕਰਕੇ ਤੁਸੀਂ ਬਾਜ਼ਾਰ ਘੁੰਮ ਰਹੇ ਹੋ, ਮਨ ਭਟਕ ਰਿਹਾ ਹੈ। ਪਰ ਜਦੋਂ ਗੁਰੂ ਨੇ ਨਾਮ ਦੀ ਦਾਤ ਦਿੱਤੀ, ਕਹਿੰਦੇ ਟਿਕਾ ਆ ਗਿਆ। ਇਸੇ ਨੂੰ ਮਹਾਰਾਜ ਨੇ ਆਖਿਆ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਕਰ ਬੈਠਣਾ, ਟਿਕੇ ਰਹਿਣਾ, ਮਨ ਕਰਕੇ ਟਿਕਾ ਦੇ ਵਿੱਚ ਰਹਿਣਾ। ਕਹਿੰਦੇ ਹੁਣ ਸੁੱਖ ਸਹਿਜ ਆਨੰਦ ਮਿਲਿਆ, ਟਿਕਾ ਮਿਲ ਗਿਆ। ਪ੍ਰਭ ਕੇ ਚਾਕਰ ਸੇ ਭਲੇ। ਭਲੇ ਦਾ ਅਰਥ ਬਹੁਤ ਚੰਗੇ ਨੇ ਉਹ ਮਨੁੱਖ ਜਿਹੜੇ ਪ੍ਰਭੂ ਦੀ ਚਾਕਰੀ ਸੇਵਾ ਭਗਤੀ ਵਿੱਚ ਲੱਗੇ ਹੋਏ ਨੇ, ਬੜੇ ਚੰਗੇ ਨੇ, ਬੜੇ ਉੱਤਮ ਨੇ। ਨਾਨਕ ਤਿੰਨ ਮੁਖ ਉਜਲੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਪੰਜਵੇਂ ਸਰੂਪ ਦੇ ਵਿੱਚ ਕਹਿੰਦੇ ਨੇ, ਜਿਹੜੇ ਪ੍ਰਭੂ ਦੀ ਸੇਵਾ ਭਗਤੀ ਚਾਕਰੀ ਵਿੱਚ ਲੱਗ ਗਏ, ਉਹਨਾਂ ਦੇ ਮੁਖ ਜਿਹੜੇ ਨੇ ਉਜਲੇ ਨੇ। ਉਹ ਵਿਕਾਰਾਂ ਵਿੱਚ ਵਿਕਾਰਾਂ ਦੇ ਖੂਹ ਵਿੱਚ ਡਿੱਗਣ ਤੋਂ ਬਚ ਗਏ। ਉਹਨਾਂ ਨੇ ਨਾਮ ਧਿਆਇਆ, ਸੇਵਾ ਭਗਤੀ ਮੁਸ਼ੱਕਤ ਕੀਤੀ ਤੇ ਉਜਲੇ ਮੁਖ ਲੈ ਕੇ ਇਸ ਸੰਸਾਰ ਤੋਂ ਜਾਂਦੇ ਨੇ। ਗੁਰੂ ਸਾਹਿਬ ਰਹਿਮਤ ਕਰਨ, ਆਪਾਂ ਨੂੰ ਵੀ ਆਪਦੇ ਦਰ ਘਰ ਦੀ ਸੇਵਾ ਚਾਕਰੀ ਦੀ ਦਾਤ ਬਖਸ਼ਣ, ਤਾਂ ਕਿ ਅਸੀਂ ਵੀ ਗੁਰੂ ਘਰ ਦੇ ਸੇਵਾਦਾਰ ਚਾਕਰ ਬਣ ਕੇ ਪ੍ਰਭੂ ਦੇ ਹੁਕਮ ਦੇ ਭੈ ਵਿੱਚ ਰਹਿ ਕੇ ਕਾਰ ਕਮਾ ਕੇ ਅਸੀਂ ਵੀ ਆਪਣਾ ਮੁਖ ਉਜਲਾ ਕਰ ਸਕੀਏ।
ਸਾਧ ਸੰਗਤ ਆਓ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ, ਉੱਥੇ ਇਤਿਹਾਸ ਦੇ ਕੁਝ ਪੰਨੇ ਆਪ ਦੇ ਨਾਲ ਸਾਂਝ ਪਾਉਣੀ ਹੈ। ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ ਹੈ ਬੜਾ ਮਹੱਤਵਪੂਰਨ ਦਿਨ ਸੀ ਸਿੱਖ ਇਤਿਹਾਸ ਦੇ ਅੰਦਰ। ਕੱਲ ਕੁਝ ਸਮੇਂ ਦੀ ਘਾਟ ਕਰਕੇ ਆਪ ਨਾਲ ਉਹ ਸਾਂਝਾ ਨਹੀਂ ਕਰ ਸਕਿਆ, ਸੋ ਅੱਜ ਆਪਾਂ ਯਤਨ ਕਰਾਂਗੇ ਉਹ ਇਤਿਹਾਸ ਦੇ ਪੰਨੇ ਆਪ ਨਾਲ ਸਾਂਝੇ ਕਰਨ ਦੇ। ਜਿਸ ਵੇਲੇ ਹਿੰਦੁਸਤਾਨ ਦੀ ਧਰਤੀ ਤੇ ਨਾਦਰ ਸ਼ਾਹ ਨੇ ਹਮਲਾ ਕੀਤਾ ਤੇ ਬਹੁਤ ਜ਼ਿਆਦਾ ਮਾਲ ਅਸਬਾਬ ਉਹਨੇ ਲੁੱਟਿਆ। ਇਸ ਕਰਕੇ ਜਦੋਂ ਕਿਤੇ ਲੁੱਟ ਦੀ ਗੱਲ ਹੋਵੇ ਨਾ ਤੇ ਨਾਦਰ ਸ਼ਾਹੀ ਲੁੱਟ ਕਿਹਾ ਜਾਂਦਾ ਹੈ। ਨਾਦਰ ਸ਼ਾਹੀ ਲੁੱਟ ਪਾਪ ਜੀ ਦੇ ਵਿੱਚ ਕੁਝ ਵੀ ਨਾ ਬਚਿਆ ਹੋਵੇ। ਨਾਦਰ ਸ਼ਾਹ ਨੇ ਹਿੰਦੁਸਤਾਨ ਦੇ ਜਿੱਥੇ ਕੀਮਤੀ ਸਰਮਾਏ ਨੂੰ ਲੁੱਟਿਆ, ਉੱਥੇ ਬਹੁਤ ਸਾਰੀਆਂ ਖੂਬਸੂਰਤ ਲੜਕੀਆਂ ਨੂੰ ਉਹਨੇ ਕੈਦ ਕਰ ਲਿਆ। ਸਿੰਘਾਂ ਨੂੰ ਪਤਾ ਲੱਗਾ ਇਸ ਗੱਲ ਦਾ। ਅਖਨੂਰ ਦੇ ਕੋਲ ਜਾ ਕੇ ਸਿੰਘਾਂ ਨੇ ਨਾਦਰ ਸ਼ਾਹ ਨੂੰ ਘੇਰ ਲਿਆ, ਉਹਦੀਆਂ ਫੌਜਾਂ ਨੂੰ ਘੇਰਿਆ ਤੇ ਸਾਰਾ ਜਿੱਥੇ ਕੀਮਤੀ ਸਰਮਾਇਆ ਉਹਦੇ ਕੋਲੋਂ ਖੋਹ ਲਿਆ। ਉੱਥੇ ਬਹੁ ਬੇਟੀਆਂ ਜਿਹੜੀਆਂ ਸਨ ਉਹਨਾਂ ਨੂੰ ਛੁਡਾ ਕੇ ਘਰੋਂ ਘਰੀ ਪਹੁੰਚਾਇਆ। ਨਾਦਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਪਹਿਲੀ ਦਫਾ ਐਸਾ ਹੋਇਆ ਕਿਸੇ ਨੇ ਮੇਰਾ ਰਾਹ ਰੋਕਿਆ ਹੋਵੇ। ਇਹਨੇ ਜ਼ਕਰੀਏ ਨੂੰ ਪੁੱਛਿਆ, ਕਹਿਣ ਲੱਗਾ ਵੀ ਇਹ ਲੋਕ ਕਿਹੜੇ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਨੇ, ਚੋਰਾਂ ਨੂੰ ਮੋਰ ਪੈ ਜਾਣੇ। ਕਹਿੰਦੇ ਲੋਕ ਕੌਣ ਨੇ? ਤੇ ਜ਼ਕਰੀਏ ਨੇ ਦੱਸਿਆ ਜੀ ਇਹ ਸਿੱਖ ਨੇ। ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਕੋਈ ਇਹਨਾਂ ਦਾ ਪਤਾ ਟਿਕਾਣਾ ਨਹੀਂ, ਪਤਾ ਨਹੀਂ ਕਿੱਥੇ ਰਹਿੰਦੇ ਨੇ। ਜਦੋਂ ਮੌਕਾ ਮਿਲਦਾ ਆ ਕੇ ਹੱਲਾ ਬੋਲ ਦਿੰਦੇ, ਫਿਰ ਲੁਕ ਛਿਪ ਜਾਂਦੇ ਨੇ। ਜਿਸ ਵੇਲੇ ਜ਼ਕਰੀਏ ਨੇ ਸਿੰਘਾਂ ਦੀ ਤਾਰੀਫ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਨਾਦਰ ਕੋਲ ਕਹੀਆਂ ਤੇ ਨਾਦਰ ਸ਼ਾਹ ਆਪ ਤੇ ਵਾਪਸ ਪਰਤ ਗਿਆ, ਪਰ ਕਹਿਣ ਲੱਗਾ ਇੱਕ ਗੱਲ ਦਾ ਧਿਆਨ ਰੱਖੀ, ਜੇ ਇਹਨਾਂ ਨੂੰ ਖਤਮ ਨਾ ਕੀਤਾ ਸਿੱਖਾਂ ਨੂੰ ਤਾਂ ਇੱਕ ਦਿਨ ਇਸ ਧਰਤੀ ਤੇ ਰਾਜ ਕਰਨਗੇ। ਉਹ ਜ਼ਕਰੀਏ ਨੂੰ ਕਹਿ ਗਿਆ, ਕਹਿੰਦਾ ਜਿਵੇਂ ਮਰਜ਼ੀ ਹੋਵੇ ਇਹਨਾਂ ਨੂੰ ਖਤਮ ਕਰ ਦੇ। ਤੇ ਜ਼ਕਰੀਏ ਨੇ ਸਿੰਘਾਂ ਦੇ ਉੱਪਰ ਫਿਰ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਉਸ ਵੇਲੇ ਜਿਹੜੇ ਟੌਟ ਸਨ, ਹਰ ਭਗਤ ਨਿਰੰਜਨੀਏ ਵਰਗੇ ਮੁਕਬਰ ਬੰਦੇ, ਉਹਨਾਂ ਨੂੰ ਛੱਡਿਆ ਗਿਆ ਵੀ ਤੁਸੀਂ ਸਿੰਘਾਂ ਦੀ ਖਬਰ ਲਿਆ ਕੇ ਦਿਓ। ਆਖਿਆ ਜੀ ਸਿੰਘ ਕਿਤੇ ਮਿਲ ਨਹੀਂ ਰਹੇ, ਪਤਾ ਨਹੀਂ ਕਿੱਥੇ ਚਲੇ ਗਏ ਨੇ। ਉਸ ਵੇਲੇ ਫਿਰ ਜ਼ਕਰੀਏ ਦੇ ਹੁਕਮਾਂ ਦੇ ਨਾਲ, ਨਾਦਰ ਦੇ ਹੁਕਮਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ। ਮੱਸਾ ਰੰਗੜ ਜਿਹੜਾ ਅੰਮ੍ਰਿਤਸਰ ਦੇ ਨੇੜੇ ਪਿੰਡ ਮੰਡਿਆਲੀ, ਉੱਥੋਂ ਦਾ ਚੌਧਰੀ ਸੀ, ਇਹਨੂੰ ਆਖਿਆ ਕਿ ਤੂੰ ਇੱਥੇ ਕਬਜ਼ਾ ਕਰ ਲੈ। ਹੁਣ ਮੱਸੇ ਰੰਗੜ ਨੇ ਕਬਜ਼ਾ ਕੀਤਾ ਦਰਬਾਰ ਸਾਹਿਬ ਦੇ ਉੱਪਰ। ਪਵਿੱਤਰ ਸਰੋਵਰ ਦੇ ਅੰਦਰ ਸ਼ਹਿਰ ਦਾ ਕੂੜਾ ਕਰਕਟ ਗੰਦਗੀ ਲਿਆ ਕੇ ਸਟਵਾਉਣ ਲੱਗ ਪਿਆ। ਸਰੋਵਰ ਕਹਿੰਦਾ ਪੂਰ ਦਿਓ। ਹਰਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਇਹਨੇ ਆਪਣਾ ਪਲੰਗ ਢਾ ਲਿਆ। ਪਲੰਗ ਡਾਉਣ ਤੋਂ ਬਾਅਦ ਜਗਤ ਜੂਠ ਤੰਬਾਕੂ, ਇਹਨੇ ਉੱਥੇ ਬਹਿ ਕੇ ਹੁੱਕਾ ਪੀਣਾ ਸ਼ੁਰੂ ਕਰ ਦਿੱਤਾ। ਜਿੱਥੇ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਕੀਰਤਨੀਏ ਸਿੰਘ, ਇੱਥੇ ਉਹਨੇ ਵੇਸਵਾ ਦਾ ਨਾਚ ਜਿਹੜਾ ਸੀ ਮੁਜਰਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਾਰਾ ਕੁਝ ਇਸ ਪਾਵਨ ਦਰਬਾਰ ਦੇ ਵਿੱਚ ਹੋਇਆ ਤੇ ਕੰਗ ਪਿੰਡ ਦਾ ਇੱਕ ਸਿੱਖ ਭਾਈ ਬਲਾਕਾ ਸਿੰਘ, ਉਹਨੂੰ ਪਤਾ ਲੱਗਾ। ਜਦੋਂ ਪਤਾ ਲੱਗਾ ਤੇ ਉਹ ਦਰਬਾਰ ਸਾਹਿਬ ਆਇਆ, ਵੇਖਿਆ ਬੜੇ ਸਖਤ ਪਹਿਰੇ ਫੌਜਾਂ ਦੇ ਤੇ ਹਰਮੰਦਰ ਸਾਹਿਬ ਬਹੁਤ ਜ਼ਿਆਦਾ ਬੇਪਤੀ ਮੱਸੇ ਰੰਗੜ ਵੱਲੋਂ ਕੀਤੀ ਜਾ ਰਹੀ ਹੈ। ਉਹਨੂੰ ਕਿ ਇਹ ਬਰਦਾਸ਼ਤ ਨਾ ਕਰ ਸਕਿਆ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਇਕੱਲਾ ਹਾਂ, ਜੇ ਇਸ ਟਾਈਮ ਇਹਨਾਂ ਦਾ ਵਿਰੋਧ ਕੀਤਾ ਤੇ ਮੈਨੂੰ ਖਤਮ ਕਰ ਦੇਣਗੇ। ਇਸ ਬੇਅਦਬੀ ਦੀ ਖਬਰ ਸਿੰਘਾਂ ਤੱਕ ਜਾ ਕੇ ਪਹੁੰਚਾਉਣੀ ਚਾਹੀਦੀ ਹੈ। ਕਹਿੰਦੇ ਸਿੰਘਾਂ ਨੂੰ ਲੱਭਦਾ ਲੱਭਦਾ ਇਹ ਬੀਕਾਨੇਰ ਪਹੁੰਚ ਗਿਆ। ਹੁਣ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਸਿੰਘ ਬੈਠੇ ਹੋਏ ਨੇ। ਬਾਬਾ ਬੁੱਢਾ ਸਿੰਘ ਜਥੇਦਾਰ ਹੈ ਸਿੰਘਾਂ ਦਾ, ਇਹਨੇ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਮੈਂ ਪੰਜਾਬ ਤੋਂ ਆਇਆ। ਤੇ ਸਾਰੇ ਸਿੰਘ ਇਕੱਠੇ ਹੋਣ ਲੱਗੇ, ਕਹਿੰਦੇ ਦੱਸੋ ਫਿਰ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਹੈ। ਕਹਿੰਦਾ ਜੀ ਮੇਰੇ ਕੋਲੋਂ ਦੱਸਿਆ ਨਹੀਂ ਜਾਏਗਾ। ਜੋ ਪੰਜਾਬ ਦੀ ਧਰਤੀ ਤੇ ਹਰਮੰਦਰ ਵਿਖੇ ਮੱਸਾ ਰੰਗੜ ਜੋ ਕਾਰੇ ਕਰ ਰਿਹਾ ਹੈ, ਮੇਰੇ ਕੋਲੋਂ ਦੱਸੇ ਨਹੀਂ ਜਾ ਰਹੇ। ਇੰਨਾ ਜ਼ਿਆਦਾ ਉੱਥੇ ਉਹਨੇ ਜ਼ੁਲਮ ਢਾਇਆ। ਕਹਿੰਦੇ ਦਰਬਾਰ ਸਜਿਆ, ਸਾਰੇ ਸਿੰਘ ਇਕੱਠੇ ਹੋ ਗਏ। ਉਸ ਵੇਲੇ ਭਾਈ ਬਲਾਕਾ ਸਿੰਘ ਨੇ
ਉਹ ਸਾਰਾ ਕੁਝ ਦੱਸਿਆ ਜੋ ਮੱਸਾ ਰੰਗੜ ਹਰਿਮੰਦਰ ਸਾਹਿਬ ਵਿਖੇ ਕਰ ਰਿਹਾ ਸੀ। ਕਹਿੰਦੇ ਉਸ ਵੇਲੇ ਸਾਰੇ ਸਿੰਘਾਂ ਦੇ ਅੰਦਰ ਜੋਸ਼ ਭਰ ਗਿਆ, ਹੱਥ ਤਲਵਾਰਾਂ ਦੇ ਮੁੱਠਿਆਂ ਤੇ ਗਏ ਤੇ ਬਾਬਾ ਬੁੱਢਾ ਸਿੰਘ ਜਥੇਦਾਰ ਨੂੰ ਕਹਿਣ ਲੱਗੇ, ਜੀ ਸਾਨੂੰ ਆਗਿਆ ਬਖਸ਼ੋ, ਅਸੀਂ ਜਾ ਕੇ ਪਾਪੀ ਨੂੰ ਸੋਧ ਕੇ ਆਵਾਂਗੇ। ਤੇ ਉਸ ਵੇਲੇ ਬੜੀ ਦੂਰ ਅੰਦੇਸ਼ੀ ਨਾਲ ਫੈਸਲਾ ਲਿਆ, ਆਖਿਆ ਜਾ ਕੇ ਸਿੱਧਾ ਹਮਲਾ ਕਰਾਂਗੇ ਤੇ ਬਹੁਤਾ ਨੁਕਸਾਨ ਹੋਏਗਾ ਸਾਡਾ ਵੀ, ਤੇ ਉਹਦੇ ਕੋਲ ਵੀ ਫੌਜ ਬੜੀ ਹੈ, ਸਾਡੀ ਗਿਣਤੀ ਬੜੀ ਥੋੜੀ ਹੈ। ਕਹਿਣ ਲੱਗੇ ਕਿਸੇ ਢੰਗ ਨਾਲ ਕੰਮ ਕੀਤਾ ਜਾਏ। ਉਸ ਵੇਲੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਅਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਵਾਲੇ, ਉਹ ਦੋਵੇਂ ਸੂਰਮੇ ਸਾਹਮਣੇ ਆਏ। ਕਹਿਣ ਲੱਗੇ, ਜੀ ਇਹ ਜ਼ਿੰਮੇਵਾਰੀ ਸਾਨੂੰ ਬਖਸ਼ੋ, ਅਸੀਂ ਜਾਣੇ ਆ। ਤੇ ਬਾਬਾ ਬੁੱਢਾ ਸਿੰਘ ਕਹਿਣ ਲੱਗੇ, ਤੁਹਾਡੀ ਡਿਊਟੀ ਹੈ, ਤੁਸੀਂ ਜਾਣਾ ਤੇ ਮੱਸੇ ਦਾ ਸਿਰ ਵੱਢ ਕੇ ਇੱਥੇ ਪੇਸ਼ ਕਰਨਾ ਹੈ। ਕਹਿੰਦੇ ਅਰਦਾਸਾ ਸੋਧਿਆ, ਜਕਾਰੇ ਛੱਡੇ, ਇਹ ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਬੀਕਾਨੇਰ ਤੋਂ ਅੰਮ੍ਰਿਤਸਰ ਨੂੰ ਆ ਗਏ। ਰਸਤੇ ਦੇ ਵਿੱਚ ਆ ਕੇ ਕੁਝ ਦੇਰ ਆਰਾਮ ਕੀਤਾ, ਘੋੜਿਆਂ ਨੂੰ ਦਾਣਾ ਪੱਠਾ ਛਕਾਇਆ, ਵਿਉਂਤ ਬਣਾਈ। ਕਹਿੰਦੇ ਹਰਿਮੰਦਰ ਸਾਹਿਬ ਅੰਦਰ ਦਾਖਲ ਕਿਵੇਂ ਹੋਈਏ, ਫੌਜਾਂ ਦੇ ਪਹਿਰੇ ਨੇ। ਕਹਿੰਦੇ ਇੱਕ ਖੂਹ ਦੇ ਨੇੜੇ ਬੈਠੇ, ਉੱਥੇ ਟੁੱਟੇ ਹੋਏ ਘੜਿਆਂ ਦੀਆਂ ਠੀਕਰੀਆਂ ਨੂੰ ਗੋਲ ਕਰਕੇ ਇੱਕ ਬੋਰੇ ਦੇ ਵਿੱਚ ਪਾ ਲਿਆ, ਆਪਣੇ ਭੇਸ ਜਿਹੜੇ ਸੀ ਬਦਲ ਲਏ। ਜਦੋਂ ਪਹੁੰਚੇ ਹਰਿਮੰਦਰ ਸਾਹਿਬ, ਜਾ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਆਪ ਜੀ ਦਾ ਇਹ ਪਵਿੱਤਰ ਸਥਾਨ, ਇਹਦੀ ਬੇਅਦਬੀ ਹੋ ਰਹੀ ਹੈ ਤੇ ਉਸ ਦੁਸ਼ਟ ਨੂੰ ਸੋਧਣ ਵਾਸਤੇ ਅਸੀਂ ਆਏ। ਮਹਾਰਾਜ ਤੁਸੀਂ ਆਪ ਕਿਰਪਾ ਕਰਿਓ, ਸਾਡੀ ਲਾਜ ਪਤ ਆਪ ਰੱਖਿਓ। ਕਹਿੰਦੇ ਇਲਾਚੀ ਬੇਰੀ ਨਾਲ ਘੋੜੇ ਦੋਵਾਂ ਨੇ ਬੰਨੇ ਤੇ ਜਿਹੜੇ ਫੌਜਦਾਰ ਖੜੇ ਸਨ ਐਲਕਾਰ, ਉਹ ਪੁੱਛਣ ਲੱਗੇ, ਭਾਈ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਚੌਧਰੀ ਹਾਂ ਤੇ ਮਾਮਲਾ ਤਾਰਨ ਵਾਸਤੇ ਆਏ ਮੱਸੇ ਰੰਗੜ ਨੂੰ। ਕਹਿੰਦੇ ਕੀ ਹੈ? ਕਹਿੰਦੇ ਜੀ ਮੋਹਰਾਂ ਲੈ ਕੇ ਆਏ। ਕਹਿੰਦੇ ਜਾਓ ਫਿਰ ਲੰਘ ਜਾਓ। ਇਹ ਦੋਵੇਂ ਅੰਦਰ ਲੰਘ ਗਏ। ਸਰਦਾਰ ਸੁੱਖਾ ਸਿੰਘ, ਉਹਨੇ ਹੱਥ ਦੇ ਵਿੱਚ ਸ੍ਰੀ ਸਾਹਿਬ ਲਈ ਹੋਈ ਹੈ ਤੇ ਸਰਦਾਰ ਮਹਿਤਾਬ ਸਿੰਘ, ਉਹਦੇ ਹੱਥ ਵਿੱਚ ਨੇਜਾ ਸੀ ਬਰਸ਼ਾ। ਜਦੋਂ ਅੰਦਰ ਲੰਘ ਗਏ ਨਾ ਤੇ ਜਾ ਕੇ ਹਰਿਮੰਦਰ ਸਾਹਿਬ ਅੰਦਰ ਦੇਖਿਆ, ਮੱਸਾ ਰੰਗੜ ਪਲੰਗ ਡਾ ਕੇ ਬੈਠਾ ਤੇ ਮੂੰਹ ਵਿੱਚ ਹੁੱਕਾ ਪੀ ਰਿਹਾ, ਕੋਲ ਉਹਦੇ ਵੇਸਵਾ ਨਾਚ ਕਰ ਰਹੀ ਹੈ। ਤੇ ਵੇਖ ਕੇ ਯੋਧਿਆਂ ਦਾ ਖੂਨ ਖੌਲ ਉੱਠਿਆ। ਗੁਰੂ ਰਾਮਦਾਸ ਦੇ ਚਰਨਾਂ ਦਾ ਧਿਆਨ ਧਰ ਕੇ ਬਚਨ ਉਚਾਰੇ, ਕਹਿਣ ਲੱਗੇ ਕਿਰਪਾ ਕਰੋ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ, ਮਹਾਰਾਜ ਕਿਰਪਾ ਕਰਿਓ, ਇਸ ਪਾਪੀ ਨੂੰ ਸੋਧਣਾ ਹੈ। ਜਾ ਕੇ ਝੁਕ ਕੇ ਦੁਆ ਸਲਾਮ ਕਰਦੇ ਨੇ, ਭੇਸ ਬਦਲਿਆ ਸੀ। ਮੱਸਾ ਕਹਿਣ ਲੱਗਾ ਸ਼ਾਇਦ ਮੈਨੂੰ ਝੁਕ ਝੁਕ ਕੇ ਸਲਾਮਾਂ ਕਰਦੇ ਨੇ, ਪਰ ਉਹਨਾਂ ਦੀ ਭਾਵਨਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਕਹਿੰਦੇ ਉਹ ਜਾ ਕੇ ਠੀਕਰੀਆਂ ਵਾਲੀ ਬੋਰੀ ਪਲੰਗ ਦੇ ਥੱਲੇ ਸੁੱਟ ਦਿੱਤੀ ਤੇ ਕਹਿਣ ਲੱਗੇ ਜੀ ਮਾਮਲਾ ਲੈ ਕੇ ਆਏ ਆ। ਤੇ ਮੱਸਾ ਬੜਾ ਖੁਸ਼ ਹੋਇਆ, ਖੁਸ਼ ਹੋ ਕੇ ਵੇਖਣ ਲੱਗਾ ਧੌਣ ਝੁਕਾ ਕੇ ਪਲੰਗ ਦੇ ਥੱਲੇ ਕਿ ਕਿੰਨੀਆਂ ਕੁ ਮੋਹਰਾਂ ਨੇ। ਬਸ ਜਿਉਂ ਉਹਨੇ ਧੌਣ ਨੀਵੀਂ ਕੀਤੀ, ਬਿਜਲੀ ਦੇ ਵਾਂਗ ਫੁਰਤੀ ਦੇ ਨਾਲ ਸਰਦਾਰ ਸੁੱਖਾ ਸਿੰਘ ਨੇ ਆਪਣੀ ਕਿਰਪਾਨ ਦਾ ਵਾਰ ਕੀਤਾ ਤੇ ਮੱਸੇ ਦਾ ਸਿਰ ਵੱਢ ਕੇ ਉਹ ਸੁੱਟ ਦਿੱਤਾ ਤਬਲੇ ਵਾਲੇ ਦੇ ਕੋਲ। ਜਦੋਂ ਸਿਰ ਵੱਢਿਆ ਨਾ, ਉਸ ਸਮੇਂ ਦਾ ਬੜਾ ਪਿਆਰਾ ਜ਼ਿਕਰ ਕੀਤਾ ਹੈ। ਜਦੋਂ ਸਿਰ ਵੱਢਿਆ ਤੇ ਜ਼ਿਕਰ ਮਿਲਦਾ ਹੈ, ਕਹਿੰਦੇ ਇਉਂ ਸਿਰ ਵੱਢਿਆ ਗਿਆ ਜਿਵੇਂ ਵੇਲ ਦੇ ਨਾਲੋਂ ਕੋ ਕੱਦੂ ਤੋੜ ਲੈਂਦਾ ਹੈ। ਮੱਸੇ ਕਾ ਸਿਰ ਸੀਸ ਇਉਂ ਉਤਾਰਿਓ ਜਿਉਂ ਬੇਲੋ ਕੱਦੂ। ਕਹਿੰਦੇ ਜਿਵੇਂ ਕੋਈ ਵੱਲ ਦੇ ਨਾਲੋਂ ਕੱਦੂ ਤੋੜ ਕੇ ਸੁੱਟ ਦਿੰਦਾ ਹੈ, ਇਉਂ ਮੱਸੇ ਦਾ ਸਿਰ ਵੱਢ ਕੇ ਸੁੱਟ ਦਿੱਤਾ। ਤੇ ਬੜੀ ਫੁਰਤੀ ਦੇ ਨਾਲ ਸਰਦਾਰ ਮਹਿਤਾਬ ਸਿੰਘ ਨੇ ਆਪਣੇ ਨੇਜੇ ਦੇ ਵਿੱਚ ਸਿਰ ਨੂੰ ਟੰਗਿਆ। ਜਿਹੜੇ ਸਾਹਮਣੇ ਆਏ ਸਾਰਿਆਂ ਨੂੰ ਝਟਕਾ ਦਿੱਤਾ। ਸਿੰਘ ਘੋੜਿਆਂ ਤੇ ਸਵਾਰ ਹੋ ਕੇ ਮੱਸੇ ਦਾ ਸਿਰ ਲੈ ਕੇ ਬੀਕਾਨੇਰ ਦੀ ਧਰਤੀ ਤੇ ਪਹੁੰਚਦੇ ਨੇ। ਸਿੱਖ ਖੁਸ਼ੀ ਵਿੱਚ ਜਕਾਰੇ ਛੱਡਦੇ ਨੇ ਕਿ ਗੁਰਧਾਮ ਦੀ ਬੇਅਦਬੀ ਕਰਨ ਵਾਲੇ ਇਸ ਪਾਪੀ ਨੂੰ ਸਜ਼ਾ ਦਿੱਤੀ ਹੈ। ਉਸ ਵੇਲੇ ਮੱਸੇ ਨੇ ਜਿਹੜੇ ਗਹਿਣੇ ਪਾਏ ਸੀ ਉਹ ਵੀ ਸਿੰਘਾਂ ਨੇ ਲੁੱਟ ਲਏ, ਉਹਦੇ ਸ਼ਸਤਰ ਵੀ ਲੈ ਕੇ ਸਿੰਘ ਆਏ। ਤੇ ਇਹਨਾਂ ਸਿੰਘਾਂ ਨੂੰ ਫਿਰ ਉਸ ਜਥੇ ਵਿੱਚ ਬੜਾ ਸਨਮਾਨ ਮਿਲਿਆ। ਜਿਹੜੇ ਗਹਿਣੇ ਤੇ ਸ਼ਸਤਰ ਲੈ ਕੇ ਆਏ ਸਨ
ਉਹ ਇਹਨਾਂ ਸਿੰਘਾਂ ਨੂੰ ਇਨਾਮ ਦੇ ਵਜੋਂ ਭੇਟ ਕੀਤੇ ਗਏ। ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਜਿਹੜਾ ਵੀ ਦਰਬਾਰ ਸਾਹਿਬ ਦੀ ਬੇਅਦਬੀ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ। ਤੇ ਇਹ ਇਤਿਹਾਸ ਹੈ, ਇਸ ਗੱਲ ਦਾ ਗਵਾਹ ਹੈ, ਜਿਨ੍ਹਾਂ ਨੇ ਗੁਰਧਾਮਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਿੰਘਾਂ ਨੇ ਸੋਧਾ ਲਾਇਆ, ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ। ਸੋ ਇਸ ਦਰ ਤੇ ਜਿਹੜਾ ਝੁੱਕ ਕੇ ਨਿਮਰਤਾ ਦੇ ਨਾਲ ਆਉਂਦਾ ਹੈ ਉਹਦੀਆਂ ਝੋਲੀਆਂ ਭਰਦੀਆਂ ਨੇ, ਉਹਦੇ ਤੇ ਗੁਰੂ ਦੀ ਕਿਰਪਾ ਵਰਤਦੀ ਹੈ। ਪਰ ਜਿਹਨੇ ਵੀ ਮੱਥਾ ਲਾਇਆ ਉਹਦਾ ਹਸ਼ਰ ਬੜਾ ਮਾੜਾ ਹੋਇਆ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੋ ਉਹਨਾਂ ਮਹਾਨ ਯੋਧਿਆਂ ਨੇ ਏਡੀ ਵੱਡੀ ਕੁਰਬਾਨੀ ਕਰਕੇ ਗੁਰਧਾਮਾਂ ਦੀ ਹੋਈ ਬੇਅਦਬੀ ਦਾ ਬਦਲਾ ਲਿਆ। ਉਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਵੀ ਪ੍ਰਣਾਮ ਕਰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹਾਂ। ਇੱਕ ਨੇ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BR ਰਿਕਾਰਡਸ ਦਾ ਧਾਰਮਿਕ ਉਪਰਾਲਾ। ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਚੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।